ਪੰਜਾਬ ਦੀ ਸਰਕਾਰ ਤਾਂ ਬੇਸ਼ੱਕ ਬਦਲ ਗਈ ਹੈ, ਪਰ ਪੰਜਾਬ ਦੇ ਸਮਾਜਿਕ ਤੇ ਆਰਥਿਕ ਹਾਲਾਤ ਬਦਲਦੇ ਹੋਏ ਦਿਖਾਈ ਨਹੀਂ ਦਿੰਦੇ। ਖਾਸ ਤੌਰ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ। ਕਤਲੋਗਾਰਤ ਹੋ ਰਹੀ ਹੈ ਤੇ ਬੀਤੇ ਦਿਨ ਪਟਿਆਲਾ ਦੇ ਵਿੱਚ ਵੀ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਅਜਿਹੇ 'ਚ ਵਿਰੋਧੀ ਧਿਰ ਸੱਤਾ ਧਿਰ ਨੂੰ ਕਿਸ ਤਰ੍ਹਾਂ ਵੇਖਦੀ ਹੈ ਤੇ ਵਿਰੋਧੀ ਧਿਰ ਸੁਝਾਅ ਦੇ ਰੂਪ 'ਚ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਹੈ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਇਸ ਵਕਤ ਸਾਡੇ ਨਾਲ ਮੌਜੂਦ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੀ ਪਹਿਲੀ ਟਿੱਪਣੀ ਲੈਣੀ ਚਾਹੂੰਗਾ, ਪੰਜਾਬ ਦੇ ਹਾਲਾਤ ਕੀ ਬਣ ਗਏ? नहीं बड़े मैं देख रहा कि बड़े क्रिटिकल सिचुएशन है लॉ एंड ऑर्डर की। जो कुछ कल पटियाले ਦੇ ਵਿੱਚ ਵਾਪਰਿਆ, ਇਹਦੇ 'ਚ ਇੱਕ ਤਾਂ ਰਮਨ ਜੀ ਕੰਪਲੀਟ ਇੰਟੈਲੀਜੈਂਸ ਫੇਲੀਅਰ ਹੈ। ਸਾਰਿਆਂ ਨੂੰ ਪਤਾ ਸੀਗਾ 29 ਤਰੀਕ ਦਾ ਇੱਕ ਧਿਰ ਨੇ ਪ੍ਰੋਗਰਾਮ ਅਨਾਉਂਸ ਕੀਤਾ ਹੋਇਆ ਸੀਗਾ। ਸੋ ਸਰਕਾਰ ਨੂੰ ਗੇਅਰ ਅਪ ਹੋਣਾ ਚਾਹੀਦਾ ਸੀਗਾ ਔਰ ਇਫੈਕਟਿਵ ਮੈਜਰਸ, ਪ੍ਰੀਵੈਂਟਿਵ ਮੈਜਰਸ ਇਹ ਲੈਣੇ ਚਾਹੀਦੇ ਸੀ। ਕੱਲ ਜੋ ਕੁਝ ਹੋਇਆ ਉਹ ਬਹੁਤ ਰਿਫਲੈਕਸ਼ਨ ਮਾੜੀ ਹੈ। ਪਹਿਲਾਂ ਹੀ ਪੰਜਾਬ ਦੀ ਜਿਹੜੀ ਇਮੇਜ ਹੈ ਉਹ ਵਰਲਡ ਵਾਈਡ ਬੜੀ ਇੱਕ ਗਿਰਾਵਟ ਵਾਲੀ ਇਮੇਜ ਹੈ। ਇੱਥੇ ਇਨਵੈਸਟਰਸ ਨਹੀਂ ਆ ਰਹੇ, ਇੱਥੇ ਲੋਕੀ ਭੱਜਦੇ ਨੇ, ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ। ਇਹਦੇ 'ਚ ਇੱਕ ਕਾਰਨ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਇਹਨਾਂ ਨੂੰ ਪੂਰਾ ਅਧਿਕਾਰ ਨਹੀਂਗਾ ਸਰਕਾਰ ਚਲਾਉਣ ਦਾ। ਹਰ ਛੋਟੀ ਤੋਂ ਛੋਟੀ ਗੱਲ ਵਾਸਤੇ ਹੀ ਹੈਜ਼ ਟੂ ਰਸ਼ ਟੂ ਦਿੱਲੀ, ਹੀ ਹੈਜ਼ ਟੂ ਸੀਕ ਐਡਵਾਈਸ ਫਰੋਮ ਕੇਜਰੀਵਾਲ। ਔਰ ਦੂਸਰਾ ਗੱਲ ਹੈ ਕਿ ਜਦ ਤੱਕ ਲਾਅ ਐਂਡ ਆਰਡਰ ਉਦੋਂ ਠੀਕ ਹੋਵੇਗੀ ਜਦੋਂ ਤੁਸੀਂ ਪੁਲਿਸ ਨੂੰ ਫ੍ਰੀ ਹੈਂਡ ਦਿਓਗੇ, ਸਿਵਲ ਐਡਮਿਨਿਸਟ੍ਰੇਸ਼ਨ ਨੂੰ। ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਹਾਂ ਕਿ ਅੱਜ ਦੀ ਡੇਟ ਵਿੱਚ DC SSP ਕੋਈ ਵੀ ਫੈਸਲਾ ਉਹ ਚੰਡੀਗੜ੍ਹ ਦੀ ਮਰਜ਼ੀ ਤੋਂ ਬਗੈਰ ਨਹੀਂ ਲੈ ਸਕਦੇ, ਤੇ ਚੰਡੀਗੜ੍ਹ ਬੈਠਾ ਚੀਫ ਮਿਨਿਸਟਰ ਦਿੱਲੀ ਦੀ ਮਰਜ਼ੀ ਤੋਂ ਬਗੈਰ ਨਹੀਂ ਲੈ ਸਕਦਾ। ਬਾਏ ਦਾ ਟਾਈਮ ਇਹ ਚੇਨ ਘੁੰਮਦੀ ਹੈ ਕਮਾਂਡ ਦੀ, ਉਦੋਂ ਉੱਥੇ ਘਾਣ ਹੋ ਜਾਂਦਾ ਵਾ। ਪਰ ਮੇਰੀ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਗੱਲ ਹੋਈ ਹੈ, ਕੱਲ੍ਹ ਕੁਲਦੀਪ ਸਿੰਘ ਧਾਲੀਵਾਲ ਨਾਲ ਵੀ ਗੱਲ ਹੋਈ ਹੈ, ਨਰਿੰਦਰ ਕੌਰ ਭਰਾਜ ਨਾਲ ਵੀ ਗੱਲ ਹੋਈ। ਉਹ ਕਹਿੰਦੇ ਵੀ ਸਾਡਾ ਕੋਈ ਨਵਾਂ ਕਲਚਰ ਥੋੜ੍ਹਾ। ਤੁਹਾਡੇ ਵੇਲੇ ਵੀ ਕਹਿੰਦੇ ਚੰਨੀ ਸਾਹਿਬ ਹਰ ਚੌਥੇ ਦਿਨ ਦਿੱਲੀ ਉੱਪੜੇ ਰਹਿੰਦੇ ਸੀਗੇ। ਉਹਦੇ ਇੱਕ ਪ੍ਰੋਟੋਕੋਲ ਹੈ, ਇੱਕ ਹਾਇਰਾਰਕੀ ਹੈ, ਹਾਈ ਕਮਾਂਡ ਦੇ ਕੋਲ ਸੂਬੇ ਦੀ ਧਿਰ ਹਮੇਸ਼ਾ ਜਾਂਦੀ ਹੈ। ਨਹੀਂ, ਇਸ ਤਰ੍ਹਾਂ ਕਦੀ ਤੁਸੀਂ ਦੱਸੋ ਕਦੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੇ ਸਾਡੇ ਚੀਫ ਸੈਕਟਰੀ ਪੰਜਾਬ ਨੂੰ ਜਾਂ ਪਾਵਰ ਸੈਕਟਰੀ ਨੂੰ ਦਿੱਲੀ ਬੁਲਾਇਆ ਸੀ? ਕਦੀ ਉਹਨਾਂ ਨੇ ਕਦੀ ਇੱਦਾਂ ਦੇ ਐਗਰੀਮੈਂਟ ਕੀਤੇ ਸੀਗੇ? ਇਹ ਐਗਰੀਮੈਂਟ ਦਾ ਮਤਲਬ, ਐਗਰੀਮੈਂਟ ਤਾਂ ਸਿਰਫ ਪਰਦਾ ਪਾਇਆ ਇਹਨਾਂ ਨੇ ਕਿ ਜਿਹੜੇ ਅਫਸਰ ਜਦੋਂ ਬੁਲਾਏ ਗਏ ਪਿਛਲੀ ਵਾਰੀ ਜਦੋਂ 300 ਯੂਨਿਟ ਬਿਜਲੀ ਫ੍ਰੀ ਦੇਣੀ ਸੀ, ਉਹਦੀ ਨਾ ਬਹੁਤ ਜ਼ਿਆਦਾ ਨੁਕਤਾਚੀਨੀ ਕੀਤੀ ਪੰਜਾਬ ਦੇ ਲੋਕਾਂ ਨੇ ਕਿ ਤੁਸੀਂ ਅਫਸਰ ਬੁਲਾਉਣ ਲੱਗ ਗਏ ਸਾਡੇ। ਇਹਨਾਂ ਨੇ ਕਿਹਾ ਯਾਰ ਹੁਣ ਅਫਸਰਾਂ ਨੂੰ ਬੁਲਾਉਣਾ ਤਾਂ ਨਿੱਤ ਆ, ਇਹਦੇ ਤੇ ਅਸੀਂ ਕੋਈ ਪਰਦਾ ਪਾਈਏ ਕਾਨੂੰਨ ਦਾ। ਉਹਨਾਂ ਨੇ ਉਹ ਨੌਲੇਜ ਸ਼ੇਅਰਿੰਗ ਐਗਰੀਮੈਂਟ ਦਾ ਇੱਕ ਪਰਦਾ ਪਾਇਆ ਵਾ। ਸੋ ਇਸ ਕਰਕੇ ਇੱਕ ਤਾਂ ਕਿ ਦਿੱਲੀ ਦੀ ਕਮਾਂਡ ਹਾਵੀ ਆ ਭਗਵੰਤ ਮਾਨ ਤੇ। ਨੰਬਰ 2, ਜਿਹੜੀ ਸਾਡੀ ਪੋਲੀਟੀਸਾਈਜੇਸ਼ਨ ਹੈ ਨਾ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦੀ, ਜਦ ਤੱਕ ਇਹਨੂੰ ਨਹੀਂ ਤੋੜਨਗੇ ਉਦੋਂ ਤੱਕ ਤੁਸੀਂ ਦੇਖਣਾ ਕਿ ਹਾਲਾਤ ਪਹਿਲਾਂ ਨਾਲੋਂ ਵੀ ਭੈੜੇ ਹੋਣਗੇ। ਤੁਸੀਂ ਮੈਨੂੰ ਦੱਸੋ ਕੀ ਕਲਚਰ ਬਦਲਿਆ ਪਿਛਲੇ ਸਵਾ ਮਹੀਨੇ? ਚਲੋ ਅਗੇਤਾ ਹਲੇ ਵੀ ਕੈਨ ਵੇਟ ਫॉर ਅਨਦਰ ਕਪਲ ਆਫ ਮੰਥਸ। ਵਾਟ ਕਲਚਰ ਹੈਜ਼ ਚੇਂਜ? ਮੈਂ ਹੁਣੇ ਪ੍ਰੈਸ ਕਾਨਫਰੰਸ ਕਰਕੇ ਆਇਆ, ਮੇਰੇ ਇਲਾਕੇ ਦਾ ਇੱਕ ਰਾਪੁਰ ਰਾਈਆਂ ਪਿੰਡ ਆ। ਸਾਡੇ ਕੋਲ 9 ਵਿੱਚੋਂ 6 ਪੰਚ ਸਾਡੇ ਨਾਲ ਹੈ। ਸਰਪੰਚ ਮਰ ਚੁੱਕਾ ਵਾ, ਉਹਦੀ ਜਗ੍ਹਾ ਤੇ ਇੱਕ ਅਧਿਕਾਰਤ ਪੰਚ ਲਾਉਣਾ। 2 ਵਾਰ ਵੀਡੀਓ ਨੇ ਨੋਟਿਸ ਕੱਢੇ, ਦੋਨੋਂ ਵਾਰ ਵੀਡੀਓ ਨੂੰ ਭਜਾਤਾ ਕੁਲਦੀਪ ਸਿੰਘ ਧਾਲੀਵਾਲ ਮਿਨਿਸਟਰ ਨੇ ਆਪ ਫੋਨ ਕਰਕੇ ਕਿ ਤੂੰ ਇਹ ਇਲੈਕਸ਼ਨ ਨਹੀਂ ਹੋਣ ਦੇਣੀ। ਤੇ ਕੀ ਫਰਕ ਹੈ ਦੱਸੋ ਕਾਂਗਰਸ ਤੇ ਅਕਾਲੀ ਦਲ ਦੇ ਕਲਚਰ ਵਿੱਚ ਤੇ ਇਹਨਾਂ ਦੇ? ਕਿਹੜਾ ਬਦਲਾਵ ਲੈ ਕੇ ਆਏ ਨੇ? ਇਸ ਕਰਕੇ ਇਹ ਸਾਰੀਆਂ ਗੱਲਾਂ ਜਦ ਤੱਕ ਇਹ ਠੰਡੇ ਦਿਮਾਗ ਨਾਲ ਬੈਠ ਕੇ ਸੁਧਾਰਨਗੇ ਨਹੀਂ, ਉਦੋਂ ਤੱਕ ਪਰਨਾਲਾ ਉੱਥੇ ਦਾ ਉੱਥੇ ਰਹੇਗਾ। ਪਟਿਆਲੇ ਵਾਲੀ ਘਟਨਾ ਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੀਜੀ ਤਾਕਤ ਵੀ ਪੰਜਾਬ 'ਚ ਕੰਮ ਕਰ ਰਹੀ ਹੈ? ਦੇਖੋ, ਪੰਜਾਬ ਦੇ ਵਿੱਚ ਪੀਸ ਡਿਸਟਰਬ ਕਰਨ ਲਈ ਹਮੇਸ਼ਾ ਜਿਹੜੀਆਂ ਡੀਪ ਸਟੇਟ ਏਜੰਸੀਜ਼ ਹੈ ਇਹਨਾਂ ਦਾ ਵੀ ਬੜਾ ਵੱਡਾ ਰੋਲ ਹੁੰਦਾ ਵਾ। ਇਹ ਬਹੁਤ ਘੁਮਾ ਕੇ ਆਮ ਜਨਤਾ ਦੀ ਨਿਗਾਹ 'ਚੋਂ ਬਚ ਕੇ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਰੱਖਦੇ ਨੇ ਔਰ ਬਾਰਡਰ ਸਟੇਟ ਹੋਣ ਕਰਕੇ ਫਿਰ ਹਾਲਾਤ ਖਰਾਬ ਦਾ ਵੇਰਵਾ ਦੇ ਕੇ ਇੱਥੇ ਕਈ ਤਰ੍ਹਾਂ ਦੇ ਫੈਸਲੇ ਲੈਂਦੇ ਨੇ। ਜਿੱਦਾਂ BSF ਦਾ ਦਾਇਰਾ 50 ਕਿਲੋਮੀਟਰ ਤੋਂ ਵਧਾ ਕੇ 150 ਕਿਲੋਮੀਟਰ ਕਰਤਾ, ਜਾਂ ਇਹਦੇ ਪ੍ਰੋਟੈਕਸਟ ਤੇ ਫਿਰ ਬਹੁਤ ਕੁਝ ਜੁਆਪਾ ਦਾ ਦੁਰਉਪਯੋਗ ਹੋਵੇਗਾ। ਬਹੁਤ ਸਾਰੇ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ। ਇਹ ਸਾਰਾ ਜਿਹੜਾ ਹੈਗਾ ਵਾ ਪੰਜਾਬ ਨੂੰ ਬਾਰਡਰ ਸਟੇਟ ਹੋਣ ਕਰਕੇ ਫੇਸ ਕਰਨਾ ਪੈ ਰਿਹਾ। ਮਾਈਨੋਰਿਟੀ ਸਟੇਟ ਵੀ ਆ। ਮੋਦੀ ਸਾਹਿਬ ਨੇ ਕੱਲ੍ਹ ਇੱਕ ਸਿੱਖਾਂ ਦੀ ਡੈਲੀਗੇਸ਼ਨ ਨੂੰ ਬੁਲਾਇਆ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਪਰ ਮੇਰੇ ਹਿਸਾਬ ਦੇ ਨਾਲ ਇਹ ਲਫ਼ਜ਼ੀ ਗੱਲਾਂ ਨੇ। ਐਕਸ਼ਨ ਵਿੱਚ ਕੇਂਦਰ ਸਰਕਾਰ ਕੋਈ ਵੀ, ਪੁਰਾਣੀਆਂ ਵੀ ਤੇ ਹੋਣ ਵਾਲੀ ਵੀ, ਉਹ ਕੋਈ ਮੱਲਮ ਲਾਉਣ ਦਾ ਕੰਮ ਨਹੀਂ ਕਰ ਰਹੀਆਂ। ਤੁਸੀਂ ਦੇਖੋ, ਇੱਕ ਪਾਸੇ ਤੁਸੀਂ ਪਗੜੀ ਵੀ ਬੰਨ੍ਹਦੇ ਹੋ, ਲੋਕਾਂ ਨੂੰ ਪ੍ਰਭਾਵਿਤ ਕਰਦੇ ਕਿ ਮੈਂ ਸਿੱਖਾਂ ਦੀ ਕਦਰ ਕਰਦਾ, ਅੱਛੀ ਗੱਲ ਆ। ਪਰ ਦੂਜੇ ਪਾਸੇ ਹੁਣੇ ਹੀ ਚੰਡੀਗੜ੍ਹ ਦਾ ਯੂਨੀਲੈਟਰਲ ਨੋਟੀਫਿਕੇਸ਼ਨ ਕਰਕੇ ਸਾਰੇ EMPLOYEES ਆਪਣੇ ਅਧੀਨ ਦੇ ਲੈ ਗਏ। ਸਾਨੂੰ ਪੁੱਛਿਆ ਵੀ ਨਹੀਂ। ਪੰਜਾਬ 'ਚ ਮੇਜਰ ਸਟੇਕ ਹੋਲਡਰ ਹੈ ਪੰਜਾਬ, 60% ਐਡਮਿਨਿਸਟ੍ਰੇਸ਼ਨ ਪੰਜਾਬ ਦੇ ਹਿੱਸੇ ਆਉਣੀ ਚਾਹੀਦੀ ਹੈ, ਉਹਨਾਂ ਨੂੰ ਪੁੱਛਿਆ ਵੀ ਨਹੀਂ। BBMB ਦਾ ਅਧਿਕਾਰ ਖੋਲ੍ਹ ਰਿਹਾ ਭਾਖੜਾ ਬਿਆਸ। ਤੁਸੀਂ ਮਹਿਸੂਸ ਕਰਦੇ ਹੋ ਨਾ ਕਿ ਫਿਰ ਫੈਡਰਲ ਦੇ ਨਾਲ ਮੱਥਾ ਲਾਉਣਾ ਸਟੇਟ ਦੇ ਲਈ ਕੋਈ ਔਖਾ, ਬਹੁਤ ਔਖਾ ਕੰਮ ਹੈਗਾ? ਇਹ ਹੁਣ ਔਖਾ ਹੋ ਰਿਹਾ ਨਾ ਜੀ। ਆਫ ਲੇਟ ਬਹੁਤ ਸਾਰਾ ਸੈਂਟਰ ਬਹੁਤ ਪਾਵਰਸ ਨੂੰ ਜਿਹੜਾ ਉਹ ਸੈਂਟਰਲਾਈਜ਼ ਕਰੀ ਜਾਂਦਾ, ਆਪਣੇ ਕੋਲ ਖੋਈ ਜਾਂਦਾ ਸਾਰੇ ਅਧਿਕਾਰ। ਮੈਂ ਤਾਂ ਆ ਵੀ ਕਿਹਾ ਸੀ, ਜਿਹੜਾ ਡੈਮ ਸੇਫਟੀ ਐਕਟ ਬਿੱਲ ਪਾਸ ਕੀਤਾ ਲੋਕ ਸਭਾ 'ਚ 2021, ਉਹ ਕਿਸੇ ਸਟੇਟ ਦੀ ਰੀਜਨਲ ਪਾਰਟੀ ਨੇ ਸਮਝ ਹੀ ਨਹੀਂ ਸਕੇ ਵੀ ਇਹਦਾ ਹੈ ਕੀ, ਇਹਦਾ ਇਫੈਕਟ ਕੀ ਆ। ਸਾਡੇ ਸਾਰੇ ਡੈਮਸ ਤੇ
ਸਾਡੇ ਸਾਰੇ ਦਰਿਆਵਾਂ ਦੇ ਕੰਟਰੋਲ ਕਰ ਲੈਣਾ ਉਹਨਾਂ ਨੇ ਔਨ ਪਰ ਤੁਸੀਂ ਮਹਿਸੂਸ ਨਹੀਂ ਕਰਦੇ ਖਹਿਰਾ ਸਾਹਿਬ ਕਿ ਪੰਜਾਬ ਦੇ ਲੀਡਰਾਂ ਨੂੰ ਵੀ ਅਕਲ ਆਉਣੀ ਚਾਹੀਦੀ ਹੈ ਕਿ ਬਿਯੋਂਡ ਪੋਲਿਟਿਕਸ ਹੋ ਕੇ ਇਕੱਠੇ ਹੋ ਕੇ ਕਿਉਂ ਨਹੀਂ ਗੱਲ ਕਰਦੇ ਸਟੇਟ ਨੂੰ? ਬਹੁਤ ਜ਼ਰੂਰੀ ਹੈ। ਇਹ ਇਕੱਲਾ ਚੰਡੀਗੜ੍ਹ ਦਾ ਦੇਖੋ, ਅਸੀਂ ਮਤਾ ਤਾਂ ਪਾਸ ਕਰਤਾ, ਉਹ ਮਤਾ ਹਲੇ ਗਵਰਨਰ ਕੋਲ ਪਿਆ ਹੋਇਆ। ਵਖਰੇਵੇਂ ਤੁਹਾਡੇ ਚੱਲਦੇ ਰਹਿਣਗੇ, ਪਰ ਜਿੱਥੇ ਪੰਜਾਬ ਦੀ ਗੱਲ ਦੇਖੋ ਕੁਝ ਇਸ਼ੂਜ਼ ਜਿਹੜੇ ਨੇ, ਜਿੱਦਾਂ ਪੰਜਾਬ ਦੇ ਪਾਣੀ ਆ, ਪੰਜਾਬ ਦੀ ਰਾਜਧਾਨੀ ਆ, ਪੰਜਾਬ ਦੀ ਭਾਸ਼ਾ ਵਾ, ਪੰਜਾਬ ਦੇ ਕੋਈ ਵੀ ਜਿਹੜਾ ਮਸਲਾ ਇਦਾਂ ਦਾ ਜਿਹੜਾ ਪੰਜਾਬ ਨੂੰ ਦਰਪੇਸ਼ ਆ, ਅਸੀਂ ਤਾਂ 100% ਇਕੱਠੇ ਆ। ਇਹ ਤਾਂ ਹੁਣ ਦੇਖੋ ਭਗਵੰਤ ਮਾਨ ਹੈਜ਼ ਟੂ ਟੇਕ ਦ ਲੀਡ ਨਾ। ਜੇ ਫਰਜ਼ ਕਰੋ ਚੰਡੀਗੜ੍ਹ ਦਾ ਮਤਾ ਕੱਲਾ ਗਵਰਨਰ ਤੱਕ ਹੀ ਰਹਿ ਗਿਆ ਤੇ ਫਿਰ ਸਾਡੇ ਉਹ 1 ਕਰੋੜ ਰੁਪਇਆ ਖਰਚ ਕੀਤਾ ਵਿਧਾਨ ਸਭਾ ਦਾ, ਫਾਇਦਾ ਕੀ ਹੋਇਆ? ਹੀ ਸ਼ੁੱਡ ਮੂਵ ਫਾਰਵਰਡ, ਪ੍ਰਾਈਮ ਮਿਨਿਸਟਰ ਤੋਂ ਟਾਈਮ ਲਵੇ, ਸਾਨੂੰ ਸਭ ਨੂੰ ਨਾਲ ਲੈ ਜਾਣ, ਰਿਪਰੈਜ਼ੈਂਟੇਟਿਵ ਕਰੈਕਟਰ ਨੂੰ ਨਾਲ ਲੈ ਜਾਣ। ਨਹੀਂ ਮੰਨਦੇ ਧਰਨਾ ਦੇਣ, ਨਹੀਂ ਮੰਨਦੇ ਪੰਜਾਬ 'ਚ ਕੋਈ ਮੂਵਮੈਂਟ ਸ਼ੁਰੂ ਕਰੀਏ। ਦੇਖੋ ਫਾਰਮਰਸ ਨੇ ਇੱਕ ਰਾਹ ਦਿਖਾਇਆ ਵਾ ਕਿ ਕਿਸੇ ਵੀ ਵੱਡੀ ਤੋਂ ਵੱਡੀ ਸਰਕਾਰ ਨੂੰ ਗੋਡੇ ਟੇਕਣੇ ਪੈਂਦੇ ਨੇ ਜੇ ਲੋਕਾਂ ਦੀ ਵਿਲ ਪਾਵਰ ਨਾਲ ਹੋਵੇ ਤਾਂ। ਸੋ ਜਿਹੜੇ ਸੈਂਸਿਟਿਵ ਇਸ਼ੂਜ਼ ਨੇ, ਜਿੱਦਾਂ ਹੁਣ SYL ਦਾ ਮਸਲਾ ਹੋਵੇਗਾ, ਜੇ ਅਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਸਾਡਾ ਤਾਂ ਪਾਣੀ ਲੈ ਜਾਣਗੇ। ਔਰ ਆਮ ਆਦਮੀ ਪਾਰਟੀ ਦਾ ਜਿਹੜਾ ਰਾਜ ਸਭਾ ਦਾ ਮੈਂਬਰ ਸੁਸ਼ੀਲ ਗੁਪਤਾ ਨੇ ਬਿਆਨ ਦਿੱਤਾ ਕਿ ਮੈਂ ਹਰਿਆਣੇ ਦੇ ਹਰ ਘਰ ਨੂੰ SYL ਦਾ ਪਾਣੀ ਦੇਵਾਂਗੇ। ਸੋ ਇਦਾਂ ਨਹੀਂ ਗੱਲਾਂ ਚੱਲਣੀਆਂ। ਪੰਜਾਬ ਨੂੰ ਅਤੇ ਦੂਜੀਆਂ ਸਟੇਟਸ ਨੂੰ ਆਪਣੇ ਹਕੂਕ ਬਚਾਉਣ ਵਾਸਤੇ ਲੜਨਾ ਪਵੇਗਾ। ਅੱਜ ਲੜ ਲੈਣ ਚੰਗੇ ਰਹਿਣਗੇ, ਨਹੀਂ ਤਾਂ ਸਭ ਕੁਝ ਖੋ ਕੇ ਲੈ ਜਾਏਗਾ। ਐਂਡ ਆਈ ਐਮ ਸਰਪ੍ਰਾਈਜ਼ਡ ਜਿਹੜੇ ਇਸ਼ੂਜ਼ ਚਾਹੇ ਉਹ ਜੰਮੂ ਕਸ਼ਮੀਰ ਤੋੜਿਆ, ਉਦੋਂ ਲੋਕਾਂ ਨੇ ਬਹੁਤ, ਕੇਜਰੀਵਾਲ ਨੇ ਵੀ ਟਵੀਟ ਕਰਕੇ ਮੋਦੀ ਦਾ ਸਾਥ ਦਿੱਤਾ। ਆਪਣੇ ਲਈ ਵੱਧ ਅਧਿਕਾਰ ਮੰਗਦਾ ਦਿੱਲੀ 'ਚ, ਤੇ ਜੰਮੂ ਕਸ਼ਮੀਰ ਦੇ 2 ਟੋਟੇ ਕੀਤੇ ਜਾਣ ਤੇ ਉਹ ਖੁਸ਼ ਹੋਇਆ। ਪਰ ਹੱਕਾਂ ਲਈ ਤਾਂ ਲੜਾਈ ਖਹਿਰਾ ਸਾਹਿਬ ਤਾਂ ਲੜਨਗੇ ਲੀਡਰ ਜੇ ਇਹਨਾਂ ਨੂੰ ਆਪਣੀ ਲੜਾਈ ਤੋਂ ਵੇਲ ਹੋਊਗੀ। ਮੈਂ ਤੁਹਾਡੀ ਪਾਰਟੀ ਤੇ ਆਉਣਾ ਹੈ, ਆਪਸੀ ਕਾਟੋਕੂਲੇਸ਼ਨ ਹੀ ਮੁੱਕਦਾ ਪਿਆ। ਸਿੱਧੂ ਸਾਹਿਬ ਦੀ ਡੁਗਡੁਗੀ ਅੱਡ ਵੱਜਦੀ ਹੈ, ਰਾਜਾ ਵੜਿੰਗ ਅਲੱਗ ਹੈ, ਜਾਖੜ ਸਾਹਿਬ ਅਲੱਗ ਤੁਰੇ ਫਿਰਦੇ। ਦੇਖੋ ਰਮਨ, ਇਹ ਗੱਲਾਂ ਦਾ ਜਵਾਬ ਤਾਂ ਉਹ ਦੇਣਗੇ। ਮੈਂ ਇਸ ਗੱਲ ਦਾ ਮੁਦਈ ਹਾਂ ਕਿ ਠੀਕ ਆ, ਪਾਰਟੀਆਂ ਦੇ ਵਿੱਚ ਇਨਰ ਪਾਰਟੀ ਡੈਮੋਕ੍ਰੇਸੀ ਹੁੰਦੀ ਆ, ਲੋਕੀ ਮਾੜਾ ਮੋਟਾ ਆਪਣੇ ਆਪਣੀ ਗੱਲ ਕਹਿੰਦੇ ਹੁੰਦੇ, ਇਹਦਾ ਗੱਲ ਦਾ ਕਹਿਣ ਦਾ ਅਧਿਕਾਰ ਵੀ ਟੂ ਸਮ ਐਕਸਟੈਂਟ ਹੋਣਾ ਚਾਹੀਦਾ। ਪਰ ਜਦੋਂ ਪੰਜਾਬ ਇਜ਼ ਰੀਲਿੰਗ ਅੰਡਰ ਟਰਮੈਂਡਸ ਚੈਲੰਜਸ, ਲਾਅ ਐਂਡ ਆਰਡਰ ਦਾ ਚੈਲੰਜ ਆ, ਬਿਜਲੀ ਹੈ ਨਹੀਂ ਗੀ, ਹਨੇਰਗਰਦੀ ਮੱਚੀ ਆ, ਝੋਨਾ ਲਾਉਣ ਨੂੰ ਲੋਕੀ ਤਿਆਰ ਬੈਠੇ ਨੇ, ਡੀਜ਼ਲ 100 ਰੁਪਏ ਲੀਟਰ ਹੋ ਚੁੱਕਾ, ਅਸੀਂ ਸਟੇਟ ਗਵਰਨਮੈਂਟ ਚਾਹਵੇ ਵੈਟ ਘਟਾ ਸਕਦੀ ਆ। ਪੰਜਾਬ ਦੇ ਵਿੱਚ ਬੜੇ ਇਸ਼ੂਜ਼ ਪੈਂਡਿੰਗ ਨੇ ਭਰਤੀਆਂ ਨੂੰ ਲੈ ਕੇ। ਭਗਵੰਤ ਮਾਨ ਨੇ ਐਲਾਨ ਤਾਂ ਕਰਤਾ ਕਿ 25,000 ਬੰਦੇ ਨੂੰ EMPLOYE ਨੂੰ ਭਰਤੀ ਕਰੂੰਗਾ, ਪਰ ਹਲੇ ਤੱਕ ਕੋਈ ਮੂਵਮੈਂਟ ਨਹੀਂ ਹੋਈ। ਜਿਹੜੇ 716 ਬੰਦਿਆਂ ਨੂੰ ਲੈਟਰਸ ਦਿੱਤੀਆਂ PSPCL ਦੀਆਂ ਚੰਡੀਗੜ੍ਹ, ਉਹਦੇ 'ਚੋਂ 40% ਹਰਿਆਣੇ ਤੇ ਹਿਮਾਚਲ ਦੇ ਨੌਜਵਾਨ ਜੌਬਸ ਲੈ ਗਏ ਨੇ। ਇਹ ਡੋਮਿਸਾਈਲ ਦੀ ਗੱਲ, ਪੰਜਾਬ ਦਾ ਬਸ਼ਿੰਦਾ ਹੋਣਾ ਇੱਕ ਬੜੀ ਵੱਡੀ ਇੰਪੋਰਟੈਂਟ ਸ਼ਰਤ ਰੱਖਣੀ ਚਾਹੀਦੀ ਸਰਕਾਰ ਨੂੰ। ਔਰ ਕੁਝ ਹਜ਼ਾਰ ਨੌਕਰੀਆਂ ਰੈਡੀ ਪਈਆਂ ਨੇ ਫॉर ਅਪਾਇੰਟਮੈਂਟ ਲੈਟਰਸ, ਜਿੱਦਾਂ ਪੰਜਾਬ ਦੇ ਕਾਂਸਟੇਬਲਸ ਦੀ ਭਰਤੀ ਹੋ ਚੁੱਕੀ, ਸਾਰਾ ਪ੍ਰਕਿਰਿਆ ਕੰਪਲੀਟ ਹੋ ਗਈ, ਸਿਰਫ ਮੈਡੀਕਲ ਹੋਣਾ ਵਾ। 5348 ਕਾਂਸਟੇਬਲਸ ਨੇ, ਜਿਹਦੇ 'ਚ ਲੜਕੀਆਂ ਵੀ ਨੇ 33%। ਸਿਮਿਲਰਲੀ SSS ਬੋਰਡ, ਸਰਵਿਸ ਸਿਲੈਕਸ਼ਨ ਸਬਆਰਡੀਨੇਟ ਬੋਰਡ ਦਾ ਪਟਵਾਰੀ, ਜੇਲ ਵਾਰਡਰਸ ਔਰ ਕਲਰਕਸ, ਇਹ ਸਭ ਕੁਝ ਰੈਡੀ ਹੋ ਚੁੱਕਾ। ਕੰਪਲੀਟ ਮੈਰਿਟ ਹੈਜ਼ ਬੀਨ ਮੇਡ। ਲਾਈਕਵਾਈਜ਼ JBT ਦੇ ਟੀਚਰਸ, ਟੈਟ ਪਾਸ ਟੀਚਰਸ, ETT ਟੀਚਰਸ, ਇਹ ਸਾਰੀਆਂ ਮੈਰਿਟਾਂ ਬਣੀਆਂ ਪਈਆਂ। ਮੇਰਾ ਖਿਆਲ ਹੈ ਜੇ 25,000 ਨੌਕਰੀ ਦੇਣਾ ਚਾਹੁੰਦੇ ਆ ਭਗਵੰਤ ਮਾਨ, ਤੇ 10,000 ਅਪਾਇੰਟਮੈਂਟ ਲੈਟਰ ਤੇ ਚਾਹੁਣ ਕੱਲ੍ਹ ਦੇ ਸਕਦੇ ਨੇ, ਇਹ ਨੌਕਰੀਆਂ ਵੀ ਦੇਣੇ। ਸੋ ਇਹ ਸਾਰੀ ਮੁਸ਼ਕਲਾਤਾਂ ਪੰਜਾਬ ਨੂੰ ਦਰਪੇਸ਼ ਨੇ। ਲੇਕਿਨ ਕਮਿੰਗ ਬੈਕ ਟੂ ਦ ਪੁਆਇੰਟ ਕਿ ਅੱਜ ਦੀ ਡੇਟ ਵਿੱਚ ਮੋਦੀ ਨੇ ਫੈਡਰਲ ਸਟਰਕਚਰ ਨੂੰ ਬਹੁਤ ਵੱਡੀ ਢਾਹ ਲਾਈ ਹੋਈ ਆ, ਤੇ ਜੇ ਰੀਜਨਲ ਫੋਰਸਸ ਪਾਰਟੀਆਂ ਇਕੱਠੀਆਂ ਹੋ ਕੇ ਨਹੀਂ ਬਚਾਉਣਗੀਆਂ ਆਪਣੇ ਆਪ ਨੂੰ, ਉਹ ਦਿਨ ਦੂਰ ਨਹੀਂਗਾ ਜਦੋਂ ਪੰਜਾਬ ਤੋਂ ਸਭ ਕੁਝ ਖੋਹ ਲੈਣਗੇ। ਇੱਕ ਖਹਿਰਾ ਸਾਹਿਬ, ਜਿਹੜਾ ਗੈਂਗਸਟਰ ਕਲਚਰ ਦੀ ਗੱਲ ਹੁੰਦੀ ਹੈ, ਤੁਸੀਂ ਤਾਂ ਜੇਲ੍ਹ 'ਚ ਵੀ ਰਹਿ ਕੇ ਆਏ ਹੋ, ਕਹਿੰਦੇ ਉੱਥੋਂ ਚੱਲ ਰਿਹਾ ਸਾਰਾ ਸਿਸਟਮ। ਤੁਹਾਨੂੰ ਲੱਗਦਾ ਕੀ ਹੈ ਇਹਦੇ ਤੇ ਨੱਥ ਕਿਵੇਂ ਪੈ ਸਕਦੀ ਹੈ? ਅੱਜ ਕਬੱਡੀ ਫੈਡਰੇਸ਼ਨ ਤੇ ਬਹੁਤ ਵੱਡਾ ਮਸਲਾ ਖੜਾ ਹੋ ਰਿਹਾ, ਅੱਜ ਮੈਚਾਂ ਦੇ ਵਿੱਚ ਗੋਲੀ ਚੱਲਦੀ ਪਈ ਹੈ। ਇਹ ਕੰਮ ਘੁੰਮ ਕੇ ਗੱਲ ਫਿਰ ਉੱਥੇ ਆਉਂਦੀ ਨਾ ਕਿ ਲਾਅ ਐਂਡ ਆਰਡਰ ਉਦੋਂ ਤੱਕ ਠੀਕ ਨਹੀਂ ਹੋਵੇਗਾ ਜਦ ਤੱਕ ਤੁਸੀਂ ਫੋਰਸ ਨੂੰ ਇੰਡੀਪੈਂਡੈਂਟ ਕੰਮ ਕਰਨ ਦੇ ਅਧਿਕਾਰ ਨਹੀਂ ਦਿਓਗੇ। ਅੱਜ ਕੀ ਹੋ ਰਿਹਾ ਵਾ ਕਿ ਜਿੰਨੀਆਂ ਪੋਸਟਿੰਗ ਟਰਾਂਸਫਰਸ ਆ, ਉਹ ਸਾਰੀਆਂ ਫਿਰ ਪੋਲੀਟੀਕਲ ਲੋਕਾਂ ਦੇ ਕਹਿਣ ਤੇ ਹੋਣ ਲੱਗ ਗਈਆਂ ਨੇ। ਔਰ ਹੋਇਆ ਕੀ ਹੈ ਕਿ ਜਿਹੜੇ ਮਾਝੇ 'ਚ ਲੱਗੇ ਸੀ ਉਹਨਾਂ ਨੂੰ ਮਾਲਵੇ 'ਚ ਭੇਜਦਾ, ਜਿਹੜੇ ਮਾਲਵੇ 'ਚ ਲੱਗੇ ਸੀ ਉਹਨਾਂ ਨੂੰ ਦੁਆਬੇ 'ਚ ਭੇਜਤਾ। ਇਹ ਤਾਂ ਫਿਰ ਐਵੇਂ ਇੱਕ ornamental ਚੇਂਜ ਆ। ਵਾਟ ਦ ਨੀਡ ਆਫ ਦੀ ਆਵਰ ਇਜ਼ ਚੇਂਜ ਇਨ ਪੋਲਿਸੀ। ਤੁਸੀਂ ਭਗਵੰਤ ਮਾਨ ਨੂੰ ਚਾਹੀਦਾ ਕਿ 100 ਬੰਦਾ ਆਈਡੈਂਟੀਫਾਈ ਕਰੇ, ਜਿਹੜਾ ਆਫਿਸਰ ਜਿਹੜਾ ਡੈਡ ਓਨੈਸਟ ਆ, ਬਹੁਤ ਚੰਗੇ ਬੰਦੇ ਬੈਠੇ ਨੇ, ਉਹ ਖੁੱਡੇ ਲਾਈਨ ਲਾਏ ਹੋਏ ਨੇ ਸਰਕਾਰਾਂ ਨੇ, ਉਹ 100 ਬੰਦੇ ਨੂੰ ਬਾਹਰ ਕੱਢ ਕੇ ਲਿਆਵੇ, ਉਹਨੂੰ ਫੀਲਡ 'ਚ ਲਾਵੇ, 23 DC ਲਾਵੇ ਚੰਗੇ, 23 SSP ਲਾਵੇ ਜਿਹੜੇ ਬਿਲਕੁਲ ਜ਼ੀਰੋ ਟੋਲਰੈਂਸ ਕਰਨ ਟੂ ਕਰਪਸ਼ਨ ਐਂਡ ਆਲਸੋ ਟੂ ਪੋਲੀਟੀਕਲ ਇੰਟਰਫੇਰੈਂਸ। ਹੁਣ ਜਦ ਪੋਲੀਟੀਕਲ ਇੰਟਰਫੇਰੈਂਸ ਰਹੇ, ਪੁਲਿਸ ਕੰਮ ਕਿੱਦਾਂ ਕਰੇਗੀ? ਤੁਹਾਨੂੰ ਮੈਂ ਕਹਿ ਰਿਹਾ ਦਾਅਵੇ ਨਾਲ, ਤੁਸੀਂ ਚੈੱਕ ਕਰ ਲਿਓ। ਇੱਕ ਪਾਸੇ ਲੈਟਸ ਸੇ ਕੱਲ ਪਟਿਆਲੇ 'ਚ SSP ਕੋ ਇਹ ਥੋੜ੍ਹਾ ਅਧਿਕਾਰ ਹੈ ਕਿ ਉਹ ਆਪਣਾ ਕੋਈ ਇੰਡੀਪੈਂਡੈਂਟ ਫੈਸਲਾ ਲੇ। ਉਹ ਦੁਬਾਰਾ DGP ਨੂੰ ਪੁੱਛੂਗਾ, DGP ਭਗਵੰਤ ਮਾਨ ਨੂੰ ਪੁੱਛੇਗਾ, ਭਗਵੰਤ ਮਾਨ ਕੇਜਰੀਵਾਲ ਨੂੰ ਪੁੱਛੇਗਾ, ਜਦੋਂ ਤਾਂ ਕੰਮ ਹੋ ਜਾਂਦਾ ਉੱਥੇ ਥੱਲੇ ਸਾਰਾ। ਸੋ ਇਹਦਾ ਇੱਕੋ ਇੱਕ ਹੱਲ ਹੈ, ਡੀਪੋਲੀਟੀਸਾਈਜੇਸ਼ਨ ਆਫ ਸਿਵਲ ਐਂਡ ਪੁਲਿਸ ਐਡਮਿਨਿਸਟ੍ਰੇਸ਼ਨ। ਆਖਰੀ ਸਵਾਲ ਮੇਰਾ, ਤੁਸੀਂ ਕੁਲਦੀਪ ਸਿੰਘ ਧਾਲੀਵਾਲ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਕੱਲ ਮੈਂ ਉਹਨਾਂ ਦੇ ਨਾਲ ਇੰਟਰਵਿਊ ਕੀਤਾ ਹੈ,
ਉਹ ਆਪਣੀਆਂ ਚੰਗਿਆਈਆਂ ਬਹੁਤ ਗਿਣਾ ਕੇ ਗਏ। ਕਹਿੰਦੇ ਕਿ ਅਸੀਂ 29 ਏਕੜ ਤੇ ਕਬਜ਼ਾ ਲੈ ਲਿਆ ਹੈ, ਅਸੀਂ 5000 ਏਕੜ ਦੇ ਕਾਗਜ਼ ਸਾਡੇ ਕੋਲ ਆ ਚੁੱਕੇ ਹੈ ਤੇ ਲੱਖ ਏਕੜ ਤੱਕ ਅਸੀਂ ਰਕਬਾ ਜਿਹੜਾ ਅਕਵਾਇਰ ਕਰਨਾ ਹੈਗਾ। ਇਸ ਕਦਮ ਨੂੰ ਕਿਵੇਂ ਵੇਖਦੇ ਹੋ? ਇਹ ਕਦਮ ਅੱਛਾ ਵਾ। ਮੈਂ ਇਹਦਾ ਸ਼ੁਰੂਆਤ ਮੈਂ ਹੀ ਕੀਤੀ ਸੀਗੀ। ਮੈਂ ਇਹਨਾਂ ਨੂੰ ਇਹ ਸੁਝਾਅ ਦਿੱਤਾ ਸੀਗਾ ਕਿ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਪਈ, ਪੰਜਾਬ ਸਰਕਾਰ ਹਾਈ ਕੋਰਟ ਦੇ ਕੋਲ ਪਈ ਹੈ। ਉਹਨਾਂ ਨੇ ਮੋਹਾਲੀ ਜ਼ਿਲ੍ਹੇ ਵਿੱਚ, ਇਕੱਲੇ ਮੋਹਾਲੀ ਜ਼ਿਲ੍ਹੇ 'ਚ ਰਮਨ ਜੀ 50,000 ਏਕੜ ਜ਼ਮੀਨ ਹੈਗੀ ਆ ਤਾਕਤਵਰ ਪੋਲੀਟੀਸ਼ੀਅਨਸ ਤੇ ਤਾਕਤਵਰ ਅਫਸਰਾਂ ਦੇ ਕਬਜ਼ੇ ਅਧੀਨ। ਇਹ 29 ਕਿੱਲੇ ਦਾ ਛਡਾਲੀ ਬਹੁਤ ਚੰਗੀ ਗੱਲ ਹੈ। ਇਹ ਕੈਮਰਿਆਂ ਲਿਜਾ ਕੇ ਰੇਡ ਮਾਰ ਕੇ ਛਡਾਉਣ ਨਾਲੋਂ ਚੰਗਾ ਇੱਕ ਨੀਤੀ ਬਣਾਉਣ, ਜਸਟਿਸ ਕੁਲਦੀਪ ਸਿੰਘ ਰਿਪੋਰਟ ਚੱਕਣ ਔਰ ਜਿਹੜੀ ਇੱਕ ਸਬ ਕਮੇਟੀ ਬਣੀ ਸੀਗੀ IPS ਅਫਸਰ ਚੰਦਰ ਸ਼ੇਖਰ ਦੀ ਪ੍ਰਧਾਨਗੀ ਥੱਲੇ, ਉਹਦੀ ਸਬ ਕਮੇਟੀ ਦੀ ਰਿਪੋਰਟ ਚੱਕਣ। ਦੇ ਕੈਨ ਜਸਟ ਸਿੰਪਲੀ ਐਕਟ ਥਰੂ ਆਫਿਸ ਆਰਡਰਸ। Within few days they can get thousands of acres of panchayat and government land free from illegal encroachments। ਇਹ ਕੱਲੀ ਟੋਟਿਆਂ ਤੇ ਜਾ ਕੇ, ਔਰ ਜਿਹੜੇ ਟੋਟੇ ਦੇ ਇਹਨਾਂ ਨੇ ਜਾ ਕੇ ਕਹਿੰਦੇ ਅਸੀਂ ਕੀਤਾ, ਉਹ ਕੈਪਟਨ ਬਿਕਰਮ ਪਾਹੂ ਵੰਡੀਆ, ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ 2017 ਚ, ਇਹਨਾਂ ਦਾ ਬੰਦਾ ਸੀਗਾ। ਉਹ ਬਾਅਦ ਚ ਭਾਵੇਂ ਅਕਾਲੀ ਦਲ ਚਲੇ ਗਿਆ ਹੋਵੇ, ਤੇ ਬਹੁਤ ਸਾਰੇ ਅਕਾਲੀ ਇਹਨਾਂ ਦੀ ਪਾਰਟੀ ਦੇ ਵਿੱਚ ਵੀ ਨੇ। ਸੋ ਇਹ ਰੇਡਾਂ ਨਾਲ ਨਹੀਂ ਕੰਮ ਸੂਤ ਹੋਣਾ। ਇਹ ਤਾਂ ਸਾਰੇ ਪੰਜਾਬ ਦੇ ਵਿੱਚ ਇੱਕ ਪੁਖਤਾ ਪਾਲਿਸੀ ਦੇ ਤਹਿਤ, ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕੈਮਰੇ ਤੇ ਕਹਿ ਰਿਹਾ ਕਿ ਜੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ 50,000 ਇਕੱਲੇ ਛੋਟੇ ਜਿਹੇ ਮੋਹਾਲੀ ਜ਼ਿਲ੍ਹੇ 'ਚ ਆਇਡੈਂਟੀਫਾਈ ਕੀਤੀ ਆ, 23 ਜ਼ਿਲ੍ਹਿਆਂ ਵਿੱਚ 6 ਲੱਖ ਕਿੱਲਾ ਜ਼ਮੀਨ ਪਈ ਆ ਸਰਕਾਰ ਦੀ, ਜਿਹੜੀ ਲੋਕਾਂ ਨੇ ਤਾਕਤਵਰ ਨੇ ਕਬਜ਼ੇ ਕੀਤੇ ਹੋਏ ਆ, ਮੰਤਰੀਆਂ ਸੰਤਰੀਆਂ ਅਫਸਰਾਂ ਤੋਂ ਲੈ ਕੇ ਥੱਲੇ ਤੱਕ। ਤੇ ਜ਼ਮੀਨਾਂ ਪਤਾ ਕਿੰਨੀਆਂ ਮਹਿੰਗੀਆਂ ਨੇ ਮੋਹਾਲੀ ਵਿੱਚ? ਇੱਕ ਜ਼ਮੀਨ 4-4 5-5 ਕਰੋੜ ਨੂੰ ਕਿੱਲਾ ਵਾ। ਜੇ 6 ਲੱਖ ਨੂੰ 50 ਲੱਖ ਨਾਲ ਤੁਸੀਂ ਜਰਬ ਦਿਓ, 3 ਲੱਖ ਕਰੋੜ ਰੁਪਏ ਦੀ ਜ਼ਮੀਨ ਨਜਾਇਜ਼ ਕਬਜ਼ਾ, ਤੇ 3 ਲੱਖ ਕਰੋੜ ਹੀ ਸਾਡੇ ਦੇ ਉੱਤੇ ਕਰਜ਼ਾ। ਇਹ ਤਾਂ ਹੁਣ ਦੇਖਣਾ ਇਹਨਾਂ ਦਾ ਇਮਤਿਹਾਨ। ਵੀ ਵਿਲ ਵੇਟ। ਅਸੀਂ ਵੈਲਕਮ ਕੀਤਾ ਵਾ ਕਿ ਠੀਕ ਹੈ 29 ਕਿੱਲੇ ਛਡਾਈ ਆ, ਹੋਰ ਕਹਿੰਦੇ 5000 ਛਡਾਵਾਂਗੇ। ਲੈਟ ਦ ਟਾਈਮ ਕਮ, ਵੀ ਵਿਲ ਵੇਟ ਡੈਫੀਨੇਟਲੀ। ਅਸੀਂ ਕੋਈ ਪਹਿਲਾਂ ਰਿਐਕਟ ਨਹੀਂ ਕਰ ਰਹੇ। ਕਰਪਸ਼ਨ ਤੇ ਮੈਂ ਕਹਿਣਾ ਚਾਹੁੰਦਾ ਕਿ ਕਹਿੰਦੇ ਜੀ ਕਰਪਸ਼ਨ ਖਤਮ ਕਰਤੀ ਹੈ। ਹੁਣ ਹੈਲਪਲਾਈਨ ਦਾ ਵੇਰਵਾ ਹੀ ਨਹੀਂ ਦੇ ਰਹੇ ਸਾਨੂੰ। ਮੈਂ ਰੋਜ਼ ਪੁੱਛਦਾ ਉੱਠ ਕੇ ਸਵੇਰੇ ਕਿ ਕਿੰਨੀਆਂ ਕੰਪਲੇਂਟਾਂ ਆਈਆਂ ਤੁਹਾਡੇ ਐਂਟੀ ਕਰਪਸ਼ਨ ਨੰਬਰ ਤੇ, ਕਿੰਨਿਆਂ ਦਾ ਮਸਲਾ ਹੱਲ ਕੀਤਾ, ਕਿੰਨੇ ਪਰਚੇ ਦਰਜ ਕੀਤੇ, ਕਿੰਨੇ ਮੁਲਾਜ਼ਮ ਫੜੇ? ਨਥਿੰਗ। ਸੋ ਦੇਅਰਫੋਰ ਇਕੱਲਾ ਕਹਿਣ ਨਾਲ ਨਹੀਂ ਗੱਲਾਂ ਹੁੰਦੀਆਂ। ਜਦ ਤੱਕ ਇਹ ਜ਼ਮੀਨ ਪੱਧਰ ਤੇ ਐਕਸ਼ਨ ਵਿੱਚ ਨਹੀਂ ਤਬਦੀਲ ਹੋਵੇਗਾ, ਉਦੋਂ ਤੱਕ ਇਹ ਸਿਰਫ ਐਲਾਨ ਹੀ ਹੋਣਗੇ। ਬਹੁਤ ਮਿਹਰਬਾਨੀ। ਤਾਂ ਸਨ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਦਾ ਕਹਿਣਾ ਹੈ ਕਿ ਇਕੱਲੀਆਂ ਗੱਲਾਂ ਦੇ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣਗੇ, ਗੰਭੀਰਤਾ ਵਿਖਾਉਣੀ ਬੇਹੱਦ ਲਾਜ਼ਮੀ ਹੈ। ਤੇ ਜਿੱਥੇ ਗੱਲ ਪੰਜਾਬ ਦੀ ਆਉਂਦੀ ਆ, ਅਸੀਂ ਪੋਲਿਟਿਕਸ ਤੋਂ ਉੱਪਰ ਉੱਠ ਕੇ ਤੇ ਭਗਵੰਤ ਮਾਨ ਦੇ ਨਾਲ ਖੜਨ ਨੂੰ ਤਿਆਰ ਹਾਂ, ਪਰ ਭਗਵੰਤ ਮਾਨ ਨੂੰ ਪੰਜਾਬ ਦੇ ਹੱਕਾਂ ਦੇ ਲਈ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ। ਕੈਮਰਾਮੈਨ ਰਿੰਕੂ ਦੇ ਨਾਲ ਰਮਨਦੀਪ ਸਿੰਘ ਸੋਢੀ, ਜਗਬਾਣੀ TV, ਜਲੰਧਰ।